With your support, we can raise your voice globally. उन्होंने पगड़ी इशू ਨੂੰ ਬਿਲਕੁਲ मतलब कि फ्रांस ਦੇ ਰਾਸ਼ਟਰਪਤੀ ਦੇ ਸਾਹਮਣੇ ਲੈ ਕੇ ਆਇਆ ਹੀ ਨਹੀਂ ਹੈ. With your support, we can address those issues that no other media talks about. ਜੋ ਹਾਲ ਅਕਾਲੀਆਂ ਨੇ ਬਾਦਲ ਕਿਆ ਨੇ ਇਹਨਾਂ ਨੇ ਸਿੱਖੀ ਦਾ ਤੇ ਬੇੜਾ ਗਰਕ ਕੀਤਾ ਹੈ. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. ਜਿਹੜਾ ਕੋਈ ਮਹਾਨ ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ. And it's just representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 15 ਮਾਰਚ 2016 ਦੋ ਚੇਤ ਨਾਨਕ ਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ, ਅੱਜ ਜਿਹੜੀ ਖਬਰ ਹੁਣੇ ਥੋੜੀ ਦੇਰ ਪਹਿਲਾਂ ਸਾਡੇ ਤੱਕ ਪਹੁੰਚੀ, ਅਸੀਂ ਅਕਸਰ ਇੱਕ ਫ੍ਰੀਲੈਂਸ ਜਰਨਲਿਸਟ ਐਂਥਰੋਪੋਲੋਜਿਸਟ ਵੀ ਉਸ ਨੂੰ ਕਹਿੰਦੇ ਨੇ ਔਰ ਕੰਟਰੋਵਰਸ਼ੀਅਲ ਵੀ ਰਿਹਾ ਹੈ, ਮਿਲਾਨ ਕੁੰਦਰਾ ਜੀ, ਉਹਦਾ ਜ਼ਿਕਰ ਕਰਦੇ ਹੁੰਦੇ ਆ। ਉਸ ਦੀ ਇੱਕ ਕੋਟ ਜਿਹੜੀ ਬੜੀ ਵਰਲਡ ਫੇਮਸ ਹੈ, ਉਸ ਨੂੰ ਦੁਹਰਾਇਆ ਜਾਂਦਾ ਹੈ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ਼ ਟੂ ਡਿਸਟਰੋਏ ਇਟਸ ਬੁੱਕਸ, its culture, its history. Then have somebody to write new books, invent new culture, create new history. Before long, those people will forget what they were and what they are. ਹੁਣ ਲੰਬੀ ਕੋਟ ਹੈ ਪਰ ਮੈਂ ਜਿਹੜੀ ਰੈਲੇਵੈਂਟ ਗੱਲ ਹੈ ਉਹਦੇ ਤੱਕ ਹੀ ਰੁਕਾਂ ਜੀ। ਸੋ ਇਹਦੇ 'ਚ ਉਹਨਾਂ ਦਾ ਕਹਿਣਾ, ਮਿਲਾਨ ਕੁੰਦਰਾ ਦਾ, ਕਿ ਜਦੋਂ ਤੁਸੀਂ ਕਿਸੇ ਨੇਸ਼ਨ ਨੂੰ, ਲੋਕਾਂ ਨੂੰ ਵਾਈਪ ਆਊਟ ਕਰਨਾ ਹੈ, ਉਹਨਾਂ ਦਾ ਸਫਾਇਆ ਕਰਨਾ ਹੈ, ਤੇ ਫਿਰ ਪਹਿਲਾ ਸਟੈਪ ਇਹ ਹੈ ਕਿ ਉਹਨਾਂ ਦੀਆਂ ਕਿਤਾਬਾਂ ਤਬਾਹ ਕਰ ਦਿਓ, ਉਹਨਾਂ ਦਾ ਸੱਭਿਆਚਾਰ ਤਬਾਹ ਕਰ ਦਿਓ, ਉਹਨਾਂ ਦਾ ਇਤਿਹਾਸ ਤਬਾਹ ਕਰ ਦਿਓ ਜੀ। ਫਿਰ ਤੁਸੀਂ ਆਪਣੇ ਸਾਧਨਾਂ ਤੋਂ, ਆਪਣੇ ਲੋਕਾਂ ਤੋਂ ਜਿਹੜੇ ਕਿ ਉਹਨਾਂ ਦੇ ਦੁਸ਼ਮਣ ਨੇ, ਉਹਨਾਂ ਤੋਂ ਨਵੀਆਂ ਕਿਤਾਬਾਂ ਲਿਖਾਓ, ਨਵਾਂ ਸੱਭਿਆਚਾਰ ਜਾਂ ਤਹਿਜ਼ੀਬ ਸਿਰਜੋ ਔਰ ਨਵਾਂ ਇਤਿਹਾਸ ਲਿਖੋ। ਔਰ ਸਮਾਂ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਤੇ ਕੀ ਬਣ ਗਏ।
ਉਹਨਾਂ ਨੂੰ ਕੁਝ ਹੋਰ ਹੀ ਬਣਾ ਦਿਓ। ਔਰ ਇਹ ਜਦੋਂ ਤੁਸੀਂ ਦੁਨੀਆ ਦੇ ਵਿੱਚ ਜਿਹੜੇ ਆਲਮੋਸਟ ਸੱਭਿਆਚਾਰ ਜਾਂ ਤਹਿਜ਼ੀਬਾਂ ਜਾਂ ਲੋਕ ਆਲਮੋਸਟ ਮਾਈਨਸ ਕਰ ਦਿੱਤੇ ਗਏ ਜਾਂ ਵਾਈਪ ਆਊਟ ਕਰ ਦਿੱਤੇ ਗਏ, ਉਹਨਾਂ ਦੇ ਨਾਲ ਡੋਮੀਨੇਟ ਕਲਚਰਸ ਨੇ ਇਹੋ ਕੁਛ ਕੀਤਾ ਜੀ। ਉਹ ਅਮਰੀਕਾ ਵਿੱਚ ਨੇਟਿਵ ਅਮਰੀਕਨਸ ਹੋਣ, ਉਹ ਕੈਨੇਡਾ ਦੇ ਵਿੱਚ ਨੇਟਿਵਸ ਹੋਣ ਕੈਨੇਡਾ ਦੇ, ਆਸਟ੍ਰੇਲੀਆ ਦੇ ਐਬੋਰੀਜਨਲਸ ਹੋਣ, ਨਿਊਜ਼ੀਲੈਂਡ ਦੇ ਮੌਰੀਜ਼ ਹੋਣ, ਔਰ ਹਰ ਪਾਸੇ ਹੌਲੀ ਹੌਲੀ ਜਾਂ ਭਾਰਤ ਦੇ ਵਿੱਚ ਅੱਜ ਜੋ ਕੁਛ ਟਰਾਈਬਲਸ ਦੇ ਨਾਲ ਵਾਪਰ ਰਿਹਾ, ਹਾਲਾਂਕਿ ਕਹਿਣ ਨੂੰ ਸੰਵਿਧਾਨ ਦੇ ਵਿੱਚ ਸ਼ਡਿਊਲਡ ਟਰਾਈਬ ਲਿਖੇ ਗਏ ਨੇ, ਉਹਨਾਂ ਦੀ ਪਛਾਣ ਕੀਤੀ ਹੈ, ਉਹਨਾਂ ਨੂੰ ਸਹੂਲਤਾਂ ਦੇਣ ਦੀ ਗੱਲ ਹੈ, ਪਰ ਕਿਵੇਂ ਇੱਕ ਇੱਕ ਕਰਕੇ ਜਿੱਥੇ ਜਿੱਥੇ ਵੀ ਆਦੀਵਾਸੀ ਸੁਸਾਇਟੀ ਵਸਦੀ ਹੈ ਉਹਨਾਂ ਦੇ ਬੱਚੇ ਉਹਨਾਂ ਤੋਂ ਮਾਪਿਓ ਤੋਂ ਲੈ ਲਏ ਜਾਂਦੇ ਨੇ, ਕਿਵੇਂ ਸ਼ਿਸ਼ੂ ਭਾਰਤੀ ਦੇ ਨਾਂ ਥੱਲੇ RSS ਦੀਆਂ ਸੰਸਥਾਵਾਂ 'ਚੋਂ ਪਰਵਰਿਸ਼ ਪਾਉਂਦੇ ਨੇ ਔਰ ਉਹਨਾਂ ਨੂੰ ਫਿਰ ਫੁੱਟ ਸ਼ੋਲਜਰ ਬਣਾ ਕੇ ਇਸਤੇਮਾਲ ਕੀਤਾ ਜਾ ਰਿਹਾ। ਕਿਤੇ ਵੀ ਜਿਹੜੀ ਦੂਸਰੀਆਂ ਘੱਟ ਗਿਣਤੀਆਂ ਦੇ ਖਿਲਾਫ ਹਿੰਸਾ ਹੈ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਉਹਨਾਂ ਨੂੰ ਵਰਤਿਆ ਜਾਂਦਾ ਹੈ। ਔਰ ਹਾਲਾਂਕਿ ਪਿਛਲੇ ਦਿਨਾਂ 'ਚ ਗੁਲਾਮ ਨਬੀ ਆਜ਼ਾਦ ਜਿਹੜਾ ਕਾਂਗਰਸ ਦਾ ਨੇਤਾ ਹੈ ਜੰਮੂ ਕਸ਼ਮੀਰ ਤੋਂ, ਉਹਨੇ ਇੱਕ ਗੱਲ ਬੜੀ ਤੱਥਾਂ ਵਾਲੀ ਕਹੀ, ਪਰ ਦੇਖੋ ਅੱਜ ਪ੍ਰੈਸ਼ਰ ਕਿੰਨਾ ਹੈ ਬਹੁ ਗਿਣਤੀ ਦਾ ਕਿ ਉਹ ਮੁੜ ਕੇ ਆਪਣੀ ਸਟੇਟਮੈਂਟ ਤੋਂ ਹੀ ਭਗੌੜਾ ਹੋ ਗਿਆ ਜੀ, ਮੈਂ ਇਹ ਨਹੀਂ ਸੀ ਕਿਹਾ, ਇਹ ਕਿਹਾ ਸੀ। ਉਹਨੇ ਕਿਹਾ ਕਿ ਵੀ ਜਿਸ ਕਿਸਮ ਦਾ ਜੋ ਰੋਲ ਆਈਸਿਸ ਕਰ ਰਹੀ ਹੈ ਮਿਡਲ ਈਸਟ ਦੇ ਵਿੱਚ, ਜਿਹਨੂੰ ਕੱਲਾ ਨਾ IS ਵੀ ਕਹਿੰਦੇ ਨੇ, ਉਹਨਾਂ ਜਿਹੜੀਆਂ ਲਾਈਨਾਂ ਦੇ ਉੱਤੇ ਹੀ RSS ਹੈ। ਔਰ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਅਸੀਂ ਬਹੁਤ ਵਾਰ ਕਿਉਂਕਿ ਵੈਸਟ ਦਾ ਪ੍ਰਚਾਰ ਹੈ, ਨਾਰਥ ਅਮਰੀਕਾ ਜਾਂ ਇਹਨਾਂ ਦਾ ਮੀਡੀਆ ਹੈ, ਇਸਲਾਮਿਕ ਫੰਡਾਮੈਂਟਲਿਜ਼ਮ ਦੀ ਗੱਲ, ਮੌਲਾਣਿਆਂ ਦੀ ਗੱਲ, ਮਦਰਸਿਆਂ ਦੀ ਗੱਲ, ਬ੍ਰੇਨ ਵਾਸ਼ ਕਰਨਾ ਜਾਂ ਹੂਰਾਂ ਮਿਲਣ ਦੇ ਨਾਂ ਥੱਲੇ ਮਰਵਾਉਣ ਦੀ ਗੱਲ, ਲੇਕਿਨ ਇਹੀ ਸੰਸਾਰ ਜਾਂ ਇਹੀ ਮੀਡੀਆ ਜਾਂ ਇਹੀ ਐਨਾਲਿਸਟ ਇਗਨੋਰ ਕਰਦੇ ਨੇ ਬਿਲਕੁਲ ਕਿ ਇਸ ਤੋਂ ਵੀ ਵੱਧ ਜਥੇਬੰਦਕ ਤੌਰ ਤੇ ਔਰ ਜਿੰਨੀ ਵੱਡੀ ਗਿਣਤੀ ਵਿੱਚ ਮਿਲੀਅਨਸ ਆਫ ਇਸ ਕਿਸਮ ਦੇ ਲੋਕ ਜਿਨ੍ਹਾਂ ਦੇ ਬ੍ਰੇਨ ਵਾਸ਼ ਕੀਤੇ ਜਾ ਰਹੇ ਨੇ, ਜਿਨ੍ਹਾਂ ਨੂੰ ਭਵਿੱਖ ਦੇ ਹਿੰਦੂਤਵਾ ਦੇ ਫੁੱਟ ਸ਼ੋਲਜਰਸ ਦੇ ਤੌਰ ਤੇ ਤਿਆਰ ਕੀਤਾ ਜਾ ਰਿਹਾ ਹੈ, ਉਹ ਭਾਰਤ ਦੇ ਵਿੱਚ RSS ਦੇ ਥੱਲੇ ਹੋ ਰਿਹਾ। ਸੋ ਇਹ ਇੱਕ ਵੱਖਰਾ ਵਿਸ਼ਾ ਔਰ ਇਹਦੇ ਤੇ ਅਸੀਂ ਅਕਸਰ ਸਮੇਂ-ਸਮੇਂ ਗੱਲ ਕਰਦੇ ਰਹਿੰਦੇ ਹਾਂ, ਕਿਵੇਂ 100 ਤੋਂ ਜ਼ਿਆਦਾ ਹਿਸਟੋਰੀਅਨ ਲਾਏ ਹੋਏ ਨੇ ਨਵਾਂ ਇਤਿਹਾਸ ਲਿਖਣ ਲਈ। ਪਰ ਜਿਹੜੀ ਖਬਰ ਦਾ ਜ਼ਿਕਰ ਅੱਜ ਹੁਣੇ ਹੀ ਜਿਹੜਾ ਮੀਡੀਆ ਦੇ ਵਿੱਚ ਆਇਆ ਔਰ ਇਹ ਸਾਨੂੰ ਜੂਨ 84 ਦੇ ਨਾਲ ਵੀ ਜੋੜ ਦਿੰਦੀ ਹੈ। ਇਹ 47 ਤੋਂ ਬਾਅਦ ਕਿਵੇਂ ਵਿਉਂਤਬੱਧ ਤਰੀਕੇ ਨਾਲ ਜਿਹੜੇ ਅਸਲੀ ਸਿੱਖ ਸਕਾਲਰ, ਉਹਨਾਂ ਦੀਆਂ ਰਾਈਟਿੰਗਸ, ਉਹਨਾਂ ਨੂੰ ਇਗਨੋਰ ਕੀਤਾ ਜਾਂਦਾ ਰਿਹਾ, ਕਿਵੇਂ ਜਾਲੀ ਜੇ ਲੋਕਾਂ ਨੂੰ ਕੋਈ ਸਾਹਿਤ ਅਕਾਡਮੀ ਅਵਾਰਡ ਜਾਂ PhDs ਦਿੱਤੀਆਂ ਗਈਆਂ, ਉਹਨਾਂ ਤੋਂ ਫਿਰ ਉਸ ਕਿਸਮ ਦਾ ਜਿਹੜਾ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਵਾਲਾ ਜਾਂ ਸਿੱਖਾਂ ਦੇ ਇਤਿਹਾਸ ਦੀ ਡਿਸਟਿੰਕਟਨੈਸ ਨੂੰ ਖਤਮ ਕਰਨ ਵਾਲਾ ਜਿਹੜਾ ਪਾਰਟ ਲਿਖਵਾਇਆ ਜਾਂਦਾ ਰਿਹਾ। ਹੁਣ ਤਾਂ ਰਾਸ਼ਟਰੀ ਸਿੱਖ ਸੰਗਤ ਉਹਨਾਂ ਨੇ ਬਣਾਈ ਹੈ ਆਪਣੇ ਤਰੀਕੇ ਨਾਲ, ਉਹ ਅਵਤਾਰ ਸਿੰਘ ਸ਼ਾਸਤਰੀ ਤੇ ਦੂਜੀ ਕੋਈ ਫਾਊਂਡੇਸ਼ਨ ਬਣਾਈ ਹੋਈ ਹੈ ਭਾਈ ਮਤੀ ਦਾਸ ਦੇ ਨਾਂ ਤੇ, ਕੋਈ ਹੋਰ RSS ਨੇ। ਹੁਣ ਤਾਂ ਜਦੋਂ ਇਹਨਾਂ ਦੀ ਪਹਿਲੀ ਵਾਰੀ ਵਾਜਪਾਈ ਸਰਕਾਰ ਬਣੀ ਉਸ ਤੋਂ ਲੈ ਕੇ ਮੋਦੀ ਤੱਕ ਹੁਣ ਤਾਂ ਸੈਂਕੜਿਆਂ ਕਰੋੜ ਜਿਹੜੇ ਨੇ ਉਹ ਰਾਸ਼ਟਰੀ ਸਿੱਖ ਸੰਗਤ ਦੇ ਉਹਨਾਂ ਵਿੰਗਸ ਨੂੰ ਦਿੱਤੇ ਹੋਏ ਨੇ ਜਿਹੜੇ ਪੰਜਾਬੀ ਦੇ ਵਿੱਚ ਲਿਟਰੇਚਰ ਪ੍ਰੋਡਿਊਸ ਕਰ ਰਹੇ ਨੇ ਸਿੱਖ ਵਿਰੋਧੀ, ਔਰ ਉਸ ਕਿਸਮ ਦੀਆਂ ਉਹਨਾਂ ਦੀਆਂ ਈਵਨ ਪਬਲੀਕੇਸ਼ਨਸ ਵੀ ਨੇ ਜੀ। ਔਰ ਜਿਸ ਤਰੀਕੇ ਨਾਲ ਜੋ ਕੁਝ ਜੂਨ 7 ਨੂੰ ਦਰਬਾਰ ਸਾਹਿਬ ਕੰਪਲੈਕਸ 'ਚੋਂ ਜਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ, ਜਿਹਦੇ ਵਿੱਚ ਜਿਵੇਂ ਮੈਂ ਅਕਸਰ ਇਹ ਕਹਿੰਦਾ ਕਿ ਜਿੰਨਾ ਕੁਝ 18ਵੀਂ ਸਦੀ ਦੇ ਘੱਲੂਘਾਰਿਆਂ 'ਚੋਂ ਬਚ ਗਿਆ, 47 ਦੀ ਸਿਵਲ ਵਾਰ 'ਚੋਂ ਬਚ ਗਿਆ, ਸਾਡੀ ਨਲਾਇਕੀ 'ਚੋਂ ਬਚ ਗਿਆ, ਉਹ ਚੁੱਕ ਕੇ ਲੈ ਗਏ ਔਰ ਬਾਅਦ 'ਚ ਉਹਨੂੰ ਅੱਗ ਲਾ ਦਿੱਤਾ ਔਰ ਇਹ ਕਿਹਾ ਕਿ ਜੀ ਅਸੀਂ ਜਿਹੜਾ ਉਹ ਸੜ ਗਿਆ ਵਿੱਚ ਹੀ, ਉਹਦਾ ਮਿਸਯੂਜ਼ ਕਰਨਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਜਿਹੜੀ 1950ਵਿਆਂ ਦੇ ਵਿੱਚ ਇੱਕ ਚੰਗੀ ਡਿਵੈਲਪਮੈਂਟ ਪੰਜਾਬੀ ਜ਼ਬਾਨ ਔਰ ਉਹਦੇ ਨਾਲ ਹੀ ਫਿਰ ਸਿੱਖ ਧਾਰਮਿਕ ਔਰ ਕਲਚਰਲ ਸਾਹਿਤ ਦੇ ਹਵਾਲੇ ਨਾਲ ਹੋਈ, ਉਹਨਾਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਹੋਂਦ ਵਿੱਚ ਆਉਣਾ ਇੱਕ ਅਹਿਮ ਜਿਹੜੀ ਹੈ ਪ੍ਰਾਪਤੀ ਸੀ। ਬੇਸ਼ੱਕ ਉਦੋਂ ਪੰਜਾਬੀ ਸੂਬਾ ਲਹਿਰ ਭਖ ਰਹੀ ਸੀ ਔਰ ਗਿਆਨੀ ਕਰਤਾਰ ਸਿੰਘ ਹੋਏ ਜਾਂ ਦੂਸਰੇ ਹੋਣ ਜਿਹੜੇ ਬੇਸ਼ੱਕ ਕਾਂਗਰਸੀ ਬਾਣਾ ਪਾ ਕੇ ਸਿੱਖਾਂ 'ਚ ਵਿਚਰਦੇ ਸੀ ਜਾਂ ਸਿੱਖਾਂ ਨੂੰ ਆਪਣੇ ਵੱਲ ਖਿੱਚਣਾ ਚਾਹੁੰਦੇ ਸੀ, ਸੋ ਉਹਨਾਂ ਦੇ ਥੋੜੇ ਬਹੁਤ ਪ੍ਰਭਾਵ ਵੀ ਸੀ ਕੈਰੋਂ ਤੇ ਹੋਏ, ਨਹਿਰੂ ਤੇ ਹੋਏ ਕਿ ਜੀ ਭਾਈ ਸਿੱਖਾਂ ਨੂੰ ਜਿਹੜਾ ਥੋੜਾ ਬਹੁਤ ਠੰਡਿਆ ਰੱਖਣ ਲਈ ਜੇ ਪੰਜਾਬੀ ਸੂਬਾ ਨਹੀਂ ਵੀ ਹੈ
ਸਾਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਉਹਦੇ ਚੋਂ ਹੀ ਭਾਸ਼ਾ ਵਿਭਾਗ ਪੰਜਾਬ ਨਿਕਲਿਆ ਔਰ ਉਹਦੇ ਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਿਕਲੀ ਔਰ ਉਹਦੇ ਚੋਂ ਪੰਜਾਬੀ ਯੂਨੀਵਰਸਿਟੀ ਚੋਂ ਚੰਗਾ ਕੰਮ ਜਿਹੜੇ ਕੁਝ ਧਾਰਮਿਕ ਖਰੜੇ ਸੀ ਜਿਨ੍ਹਾਂ ਦੀ ਸਾਂਭ ਸੰਭਾਲ ਹੋਈ। ਸੋ ਜਿਹੜੇ ਲੋਕ ਅਦਰਵਾਈਜ਼ ਸਿੱਖ ਰੈਫਰੈਂਸ ਲਾਇਬ੍ਰੇਰੀ ਨਾਲ ਤਾਂ ਬਿਲਕੁਲ ਰਿਲੀਜੀਅਸ ਪਾਰਟ ਵਾਲੇ ਸਾਡੇ ਡਾਕੂਮੈਂਟ ਔਰ ਦੂਸਰੇ ਆਏ, ਪਰ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਸਮਾਂ ਪਾ ਕੇ ਬਹੁਤ ਸਾਰੇ ਫਿਰ ਖਰੜੇ ਜਿਹੜੇ ਕੋਈ ਘਰਾਂ 'ਚ ਪਏ ਸੀ, ਕੋਈ ਹੋਰ ਜਿਨ੍ਹਾਂ ਦੇ ਕੋਲ ਸੀ, ਜਿਨ੍ਹਾਂ ਨੇ ਆਪਣੀਆਂ ਲਾਇਬ੍ਰੇਰੀਜ਼ 'ਚ ਇਕੱਠੇ ਕੀਤੇ ਔਰ ਉਹਨਾਂ ਨੂੰ ਜਿਹੜਾ ਫਿਰ ਉਹਨਾਂ ਨੇ ਡੋਨੇਟ ਕਰ ਦਿੱਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੂੰ। ਸੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਅਲੱਗ-ਅਲੱਗ ਡਿਪਾਰਟਮੈਂਟ, ਇਸੇ ਤਰ੍ਹਾਂ ਫਿਰ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਬਣਿਆ, ਡਾਕਟਰ ਤਾਰਨ ਸਿੰਘ ਜਿਨ੍ਹਾਂ ਨਾਲ ਉਹਨੂੰ ਬਚਪਨ 'ਚ ਮੈਨੂੰ ਮਿਲਣ ਦਾ ਮੌਕਾ ਵੀ ਬਣਿਆ, ਉਹਦੇ ਪਹਿਲੇ ਮੁਖੀ ਬਣੇ। ਸੋ ਬਹੁਤ ਸਾਰਾ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਿਤ ਜਿਹੜੀਆਂ ਕੁਝ ਪੁਰਾਤਨ ਬੀੜਾਂ, ਕੁਝ ਹੋਰ ਚੀਜ਼ਾਂ ਵੀ ਆਈਆਂ। ਸੋ ਹੁਣ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਹੜਾ ਕਿ ਜਿਹਦੇ ਕੋਲ ਜਿਹੜੇ ਵੀ ਦੁਨੀਆ 'ਚ ਕਿਸੇ ਨੇ ਸਿੱਖ ਧਰਮ, ਪੰਜਾਬ ਦੀ ਤਹਿਜ਼ੀਬ ਔਰ ਗੁਰੂ ਗ੍ਰੰਥ ਸਾਹਿਬ ਔਰ ਦੂਸਰੇ ਵਿਸ਼ਿਆਂ ਤੇ ਰਿਸਰਚ ਕਰਨੀ ਹੈ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਕਾਫੀ ਕੁਝ ਐਸਾ ਮੂਲ ਰੂਪ ਦੇ ਵਿੱਚ ਮੌਜੂਦ ਹੈ। ਲੇਕਿਨ ਹੁਣ ਕਿਵੇਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਡਿਸਟਰੋਏ ਕਰਨ ਤੋਂ ਬਾਅਦ, ਅੰਮ੍ਰਿਤਸਰ 'ਚ ਲੁੱਟਣ ਤੋਂ ਬਾਅਦ, ਉਹ ਜਿਹੜੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਜਾਂ ਇਹੀ ਪੈਟਰਨ ਗੁਰੂ ਨਾਨਕ ਯੂਨੀਵਰਸਿਟੀ 'ਚ ਵੀ ਫੋਲੋ ਹੋ ਰਿਹਾ ਹੋਏਗਾ, ਕਿਉਂਕਿ ਕਿਤੇ ਖਬਰ ਨਿਕਲ ਆਈ, ਕਿਤੇ ਨਹੀਂ ਨਿਕਲਦੀ। ਸੋ ਹੁਣ ਕਿਵੇਂ ਉੱਥੋਂ ਦੇ ਜਿਹੜੇ ਰੇਅਰ ਡਾਕੂਮੈਂਟ ਨੇ ਜਾਂ ਪ੍ਰਾਚੀਨ ਪੁਸਤਕਾਂ ਨੇ ਜਾਂ ਦੂਸਰੇ ਨੇ, ਉਹਨੂੰ ਰੱਦੀ ਦੇ ਨਾਂ ਥੱਲੇ ਵੇਚਿਆ ਜਾ ਰਿਹਾ ਸਕ੍ਰੈਪ ਕਹਿ ਕੇ, ਜਾਂ ਉਸ ਦੇ ਕੋਈ ਟੈਂਡਰ ਰੱਖ ਕੇ ਸੌਦੇਬਾਜ਼ੀ ਕੀਤੀ ਜਾ ਰਹੀ ਹੈ। ਔਰ ਕੌਣ ਹੈ? ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਲੇਟਲੀ, ਮੈਨੂੰ ਨਹੀਂ ਸੀ ਪਤਾ, ਮੈਂ ਇਹ ਸਮਝਦਾ ਸੀ ਕਿ ਵੀ ਇੱਕ ਸਟੇਜ 1970ਵਿਆਂ 'ਚ ਲੈਫਟਿਸਟ ਪ੍ਰਭਾਵ ਵਾਲੇ ਲੋਕ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆਏ ਸੀ, ਪਰ 80ਵਿਆਂ ਤੱਕ ਪਹੁੰਚਦੇ ਘੱਟੋ ਘੱਟ ਸਿੱਖ ਮਾਈਂਡਡ ਆਏ। ਤੇ ਹੁਣ ਮੈਨੂੰ ਪਿੱਛੇ ਹੀ ਕੋਈ ਉੱਥੋਂ ਦੇ ਪ੍ਰੋਫੈਸਰ ਹੀ ਇਹ ਬਰੀਫ ਕਰ ਰਹੇ ਸੀ ਕਿ ਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਭਾਵੇਂ ਕਹਿਣ ਨੂੰ ਇਹ ਡਾਕਟਰ ਜਸਪਾਲ ਸਿੰਘ ਅੱਗੇ ਮੂਹਰਾ ਰੱਖਿਆ ਹੋਇਆ ਹੈ, ਪਰ ਇਹਦੇ 'ਚ RSS ਦਾ ਪ੍ਰਭਾਵ ਬਹੁਤ ਜ਼ਿਆਦਾ ਹੋ ਗਿਆ ਔਰ RSS ਦੇ ਜਿਹੜੇ ਰਿਕਮੈਂਡਡ ਪ੍ਰੋਫੈਸਰ ਨੇ ਔਰ ਦੂਸਰੇ ਨੇ ਉਹ ਵਿੱਚ ਵੜੇ ਨੇ ਔਰ ਉਹ ਪੂਰਾ ਕੰਟਰੋਲ ਕਰ ਰਹੇ ਨੇ ਇਸ ਸਾਰੇ ਨੂੰ। ਜਿਵੇਂ ਮੈਂ ਕਿਹਾ ਮਿਲਾਨ ਕੁੰਦਰਾ ਦੀ ਗੱਲ ਕਿ ਜਿਹੜਾ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਤੇ ਨਾਲ ਦੀ ਨਾਲ ਹੀ ਉਹਨਾਂ ਨੇ ਆਪਣੇ ਨਵਾਂ ਜਿਹੜੇ ਪ੍ਰੋਫੈਸਰਾਂ ਦੇ ਰੂਪ 'ਚ ਲੋਕ ਵਾੜੇ ਨੇ ਜਿਹੜੇ ਨਵਾਂ ਕਲਚਰ ਸਿਰਜ ਰਹੇ ਨੇ, ਨਵੀਆਂ ਕਿਤਾਬਾਂ ਲਿਖ ਰਹੇ ਨੇ। ਹੁਣ ਇਹ ਜਿਹੜੀ ਖਬਰ ਹੈ ਇਸ ਦਾ ਪਹਿਲਾ ਪਾਰਟ ਹੀ ਹੈ ਇਤਿਹਾਸਕ ਦਸਤਾਵੇਜ਼ਾਂ, ਧਾਰਮਿਕ ਗ੍ਰੰਥਾਂ ਤੇ ਪੁਰਾਤਨ ਹੱਥ ਲਿਖਤ ਖਰੜਿਆਂ ਨਾਲ ਭਰਿਆ ਟਰੱਕ ਰੋਕਿਆ। ਹੁਣ ਖਬਰ ਦੀ ਡਿਟੇਲ ਇਹ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਅਹਿਮ ਦਸਤਾਵੇਜ਼ ਵੇਚੇ ਜਾਣ ਦਾ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ। ਇਸ ਮਾਮਲੇ ਦੀ ਭਿਣਕ ਪੈਣ ਤੇ ਵਿਦਿਆਰਥੀਆਂ ਦੀ ਮੁਸਤੈਦਗੀ ਕਾਰਨ ਇਹਨਾਂ ਦਸਤਾਵੇਜ਼ਾਂ ਨਾਲ ਭਰਿਆ ਟਰੱਕ ਯੂਨੀਵਰਸਿਟੀ ਦੇ ਬਾਹਰ ਜਾਣ ਤੋਂ ਰੋਕ ਲਿਆ ਗਿਆ। ਇਹਨਾਂ ਦਸਤਾਵੇਜ਼ਾਂ ਵਿੱਚ ਗੁਰਬਾਣੀ ਦਾ ਇੱਕ ਪੁਰਾਤਨ ਹੱਥ ਲਿਖਤ ਖਰੜਾ ਹੋਣ ਦੀ ਗੱਲ ਵੀ ਸਾਹਮਣੇ ਆਈ ਔਰ ਪਿਕਚਰਸ ਜਿਹੜੀਆਂ ਇਹਦੇ ਨਾਲ ਸੰਬੰਧਿਤ ਖਬਰਾਂ ਨਾਲ ਨੇ ਦਰਸ਼ਕ ਸਕਰੀਨ ਦੇ ਉੱਤੇ ਦੇਖ ਰਹੇ ਨੇ ਕਿ ਜਿਹੜਾ ਇਸ ਕਿਸਮ ਦੇ ਖਰੜਿਆਂ ਨਾਲ ਭਰਿਆ ਟਰੱਕ ਜਿਹੜਾ ਜਾ ਰਿਹਾ ਸੀ ਵਿਦਿਆਰਥੀਆਂ ਨੇ ਰੋਕਿਆ। ਔਰ ਖਬਰ ਦਾ ਵੇਰਵਾ ਇਹ ਹੈ ਕਿ ਵਿਦਿਆਰਥੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਦੋਂ ਉਹਨਾਂ ਨੂੰ ਇਹਨਾਂ ਦਸਤਾਵੇਜ਼ਾਂ ਦੇ ਵੇਚੇ ਜਾਣ ਬਾਰੇ ਪਤਾ ਲੱਗਾ ਤਾਂ ਵਿਦਿਆਰਥੀਆਂ ਨੇ ਲਾਇਬ੍ਰੇਰੀ ਦੇ ਇੰਚਾਰਜ ਮੈਡਮ ਸਰੋਜ ਬਾਲਾ, ਹੁਣ ਤੁਸੀਂ ਨਾਂ ਤੋਂ ਅੰਦਾਜ਼ਾ ਲਾ ਲਓ ਕਿ ਬੀਬੀ ਕੌਣ ਹੈ, ਸਰੋਜ ਬਾਲਾ ਕੋਲ ਇਸ ਦੀ ਸ਼ਿਕਾਇਤ ਕੀਤੀ। ਮੈਡਮ ਨੇ ਕਿਹਾ ਕਿ ਲਾਇਬ੍ਰੇਰੀ ਵਿੱਚੋਂ ਇਹਨਾਂ ਦਸਤਾਵੇਜ਼ਾਂ ਦੀਆਂ 2-2 ਨਕਲਾਂ ਸਨ, ਇਸ ਲਈ ਇੱਕ ਨਕਲ ਵੇਚੀ ਗਈ ਹੈ। ਹੁਣ ਜੇ ਪੁਰਾਣੇ ਡਾਕੂਮੈਂਟ ਈਵਨ 2-2 ਕੀ 5-5 ਵੀ ਹੋਣ, ਤੁਸੀਂ ਹਮੇਸ਼ਾ ਪ੍ਰੀਜ਼ਰਵ ਕਰਕੇ ਰੱਖਦੇ ਹੋ ਕਿ ਉਹਨਾਂ ਨੂੰ ਸਿਉਂਕ ਖਾ ਜਾਏ, ਕੋਈ ਹੋਰ ਕਾਗਜ਼ ਦੀ ਆਪਣੀ ਉਮਰ ਹੁੰਦੀ ਹੈ, ਸਿਆਹੀ ਦੀ ਆਪਣੀ ਉਮਰ ਹੁੰਦੀ ਹੈ ਔਰ ਤੁਸੀਂ ਹਮੇਸ਼ਾ ਹੀ ਜਿਹੜੀ ਰੇਅਰ ਡਾਕੂਮੈਂਟ ਤਾਂ ਕਦੇ-ਕਦੇ ਜਿਹੜੇ ਨੇ ਕਿਸੇ ਨੂੰ ਦੇ ਕੋਲ ਆਉਂਦੇ ਨੇ। ਸੋ ਉਹ ਕਹਿੰਦੇ ਜੀ 2-2 ਕਾਪੀਆਂ ਸੀ ਤੇ ਅਸੀਂ ਇੱਕ ਜਿਹੜੀ ਆ ਉਹ ਵੇਚ ਰਹੇ ਹਾਂ। ਇੱਕ ਨਕਲ ਜਦੋਂ ਵਿਦਿਆਰਥੀਆਂ ਨੇ ਯੂਨੀਵਰਸਿਟੀ ਵਿੱਚ ਮੌਜੂਦ ਨਕਲਾਂ ਵਿਖਾਉਣ ਲਈ ਕਿਹਾ, ਉਹਨਾਂ ਨੇ ਕਿਹਾ ਜੀ ਦਿਖਾਓ ਕਿਹੜੀ ਨਕਲ ਤੁਸੀਂ ਰੱਖੀ ਹੈ, ਤਾਂ ਮੈਡਮ ਸਰੋਜ ਬਾਲਾ ਉਹ ਨਕਲਾਂ ਵਿਦਿਆਰਥੀਆਂ ਨੂੰ ਨਹੀਂ ਵਿਖਾ ਸਕੀ। ਵਿਦਿਆਰਥੀਆਂ ਦੇ ਦੱਸਣ ਅਨੁਸਾਰ ਲਾਇਬ੍ਰੇਰੀ ਇੰਚਾਰਜ ਮੈਡਮ ਨੂੰ ਜਦੋਂ ਉਹਨਾਂ ਟਰੱਕ ਵਿੱਚੋਂ ਮਿਲੇ ਨਿਰਗੁਣਿਆਰਾ ਮੈਗਜ਼ੀਨ ਦੀ ਕਾਪੀ ਵਿਖਾਉਣ ਲਈ ਕਿਹਾ ਤਾਂ ਮੈਡਮ ਨੇ ਵਿਦਿਆਰਥੀਆਂ ਤੋਂ ਟਰੱਕ ਵਿੱਚੋਂ ਮਿਲਿਆ ਨਿਰਗੁਣਿਆਰ ਮੈਗਜ਼ੀਨ ਫੜ ਕੇ ਪਾੜ ਦਿੱਤਾ।
ਹੁਣ ਜਿਹੜਾ ਇੱਕ ਡਾਕੂਮੈਂਟ ਨਿਰਗੁਣਿਆਰ ਦੇ ਵਿੱਚ ਬਹੁਤ ਹਿਸਟੋਰੀਕਲ ਚੀਜ਼ਾਂ ਹੁੰਦੀਆਂ, ਸਾਡੇ ਘਰ ਵੀ ਬਚਪਨ ਚ ਆਉਂਦਾ ਹੁੰਦਾ ਸੀ ਜੀ। ਤੇ ਉਹਨਾਂ ਨੇ ਕਿਹਾ ਕਿ ਜੀ ਆ ਜਾ ਰਿਹਾ ਜੀ, ਦਿਖਾਓ ਤੁਸੀਂ ਕਿਹੜੀ ਕਾਪੀ ਰੱਖੀ ਹੈ। ਤੇ ਇਹ ਜਿਹੜਾ 1963 ਦਾ ਸੀ ਨਿਰਗੁਣਿਆਰ ਰਸਾਲਾ, ਔਰ ਇਹਨਾਂ ਇਤਿਹਾਸਕ ਦਸਤਾਵੇਜ਼ਾਂ ਵਿੱਚ ਜਿੱਥੇ ਕਈ ਪੁਰਾਣੀਆਂ ਲਿਖਤਾਂ ਤੇ ਰਸਾਲੇ ਸ਼ਾਮਲ ਹਨ, ਉਸ ਦੇ ਨਾਲ ਹੀ ਕਈ ਧਾਰਮਿਕ ਸਰੋਤ ਵੀ ਹਨ। ਇਸ ਸੰਬੰਧੀ ਜਦੋਂ ਸਿੱਖ ਸਿਆਸਤ ਵੱਲੋਂ ਯੂਨੀਵਰਸਿਟੀ ਰਜਿਸਟਰਾਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਲਾਇਬ੍ਰੇਰੀ ਵਿੱਚੋਂ ਰੱਦੀ ਕੱਢਣ ਵੇਲੇ ਗਲਤੀ ਨਾਲ ਕੁਝ ਇਤਿਹਾਸਕ ਅਤੇ ਧਾਰਮਿਕ ਗ੍ਰੰਥ ਵੀ ਲਾਇਬ੍ਰੇਰੀ ਤੋਂ ਬਾਹਰ ਉਸ ਟਰੱਕ ਵਿੱਚ ਲੱਦ ਦਿੱਤੇ ਗਏ, ਜਿਸ ਦੀ ਯੂਨੀਵਰਸਿਟੀ ਵੱਲੋਂ ਜਾਂਚ ਕਰਵਾਈ ਜਾਏਗੀ ਤੇ ਦੋਸ਼ੀਆਂ ਖਿਲਾਫ ਕਾਰਵਾਈ। ਤੁਸੀਂ ਦੱਸੋ, ਇਹ ਗੋਭੀ ਵੇਚ ਰਹੇ ਨੇ ਕਿ ਇਹ ਯੂਨੀਵਰਸਿਟੀ ਦੀ ਲਾਇਬ੍ਰੇਰੀ ਚੋਂ ਟਰੱਕ ਲੱਦ ਕੇ ਡਾਕੂਮੈਂਟ ਦਾ ਜਾ ਰਿਹਾ, ਔਰ ਉਹ ਸਰੋਜਵਾਲਾ ਦਾ ਜਿਹੜਾ ਫੜਿਆ ਉਹਨੂੰ ਵੀ ਪਾੜ ਦਿੱਤਾ ਉਹਨੇ, ਤੇ ਜਿਹੜਾ ਉਹਦਾ ਅੱਗੋਂ ਬਾਸ ਹੈ ਉਹ ਕਹਿ ਰਿਹਾ ਜੀ ਉਹ ਗਲਤੀ ਨਾਲ ਚਲੇ ਗਏ ਹੋਣੇ ਨੇ, ਅਸੀਂ ਤਾਂ ਵਿੱਚੋਂ ਰੱਦੀ ਕੱਢ ਕੇ ਵੇਚਣੀ ਸੀ ਜੀ। ਪਰ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਇਹਨਾਂ ਦਸਤਾਵੇਜ਼ਾਂ ਨੂੰ ਵੇਚਣ ਲਈ ਯੂਨੀਵਰਸਿਟੀ ਵੱਲੋਂ ਟੈਂਡਰ ਜਾਰੀ ਕੀਤਾ ਗਿਆ ਸੀ। ਹੁਣ ਤੁਸੀਂ ਅੰਦਾਜ਼ਾ ਲਾ ਲਓ, ਟੈਂਡਰ ਹੁੰਦਾ, ਤੁਸੀਂ ਠੇਕੇਦਾਰ ਸੱਦਦੇ ਹੋ ਕਿ ਜੀ ਅਸੀਂ ਇਹ ਵੇਚਣੇ ਨੇ ਤੇ ਆਓ ਤੁਸੀਂ ਦਿਓ ਕੋਰਸ ਕਿ ਕੀ ਦਿੰਦੇ ਹੋ ਪੈਸੇ, ਜਿਸ ਨੂੰ ਵੇਖਣ ਦੀ ਮੰਗ ਹੁਣ ਸਟੂਡੈਂਟਸ ਨੇ ਕਿਹਾ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਕਰ ਰਹੇ ਹਨ, ਪਰ ਯੂਨੀਵਰਸਿਟੀ ਪ੍ਰਸ਼ਾਸਨ ਉਸ ਟੈਂਡਰ ਦੀ ਕਾਪੀ ਦੇਣ ਤੋਂ ਇਨਕਾਰੀ ਹੈ। ਸਟੂਡੈਂਟਸ ਨੇ ਕਿਹਾ ਜੀ ਦਿਖਾਓ, ਟੈਂਡਰ ਦਿਖਾਓ ਜਿਹੜਾ ਤੁਸੀਂ ਇਹ ਕੀਤਾ ਹੈ। ਹੁਣ ਵਿਦਿਆਰਥੀ ਜਿਹੜੇ ਨੇ ਉਹਨਾਂ ਨੇ ਇਸ ਆਪਣੀ ਮੰਗ ਨੂੰ ਲੈ ਕੇ ਧਰਨਾ ਦਿੱਤਾ, ਔਰ ਇਹ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੇ ਮੇਨ ਗੇਟ ਦੇ ਬਾਹਰ ਧਰਨੇ ਤੇ ਵਿਦਿਆਰਥੀ ਜਿਹੜੇ ਬੈਠੇ ਵਿਦਿਆਰਥੀ ਨੇ, ਉਹਨਾਂ ਦੀ ਮੰਗ ਹੈ ਕਿ ਟੈਂਡਰ ਦੀ ਕਾਪੀ ਵਿਦਿਆਰਥੀਆਂ ਨੂੰ ਦਿੱਤੀ ਜਾਏ। ਲਾਇਬ੍ਰੇਰੀ ਇੰਚਾਰਜ ਮੈਡਮ ਸਰੋਜ ਬਾਲਾ ਤੇ ਰੈਫਰੈਂਸ ਲਾਇਬ੍ਰੇਰੀ ਦੇ ਇੰਚਾਰਜ ਨੂੰ ਬਰਖਾਸਤ ਕੀਤਾ ਜਾਏ ਤੇ ਲਾਇਬ੍ਰੇਰੀ ਵਿੱਚੋਂ ਵੇਚੀਆਂ ਗਈਆਂ ਕਿਤਾਬਾਂ ਤੇ ਇਤਿਹਾਸਕ ਦਸਤਾਵੇਜ਼ਾਂ ਨੂੰ ਮੁੜ ਲਾਇਬ੍ਰੇਰੀ ਵਿੱਚ ਸਥਾਪਿਤ ਕਰਕੇ ਸਹੀ ਸੰਭਾਲ ਲਈ ਇਹਨਾਂ ਦਸਤਾਵੇਜ਼ਾਂ ਨੂੰ ਡਿਜੀਟਲਾਈਜ਼ ਕੀਤਾ ਜਾਏ। ਹੁਣ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਸਟੂਡੈਂਟਸ ਜਿਹੜੇ ਜ਼ਾਹਰ ਹੈ ਉਹਨਾਂ ਹੀ ਕਲਾਸਾਂ ਦੇ ਸਟੂਡੈਂਟ ਹੋਣਗੇ ਜਿਹੜੇ ਰਿਸਰਚਰ ਨੇ, ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਸਾਡਾ ਖਜ਼ਾਨਾ ਜਾ ਰਿਹਾ ਟਰੱਕ ਚ ਲੱਦ ਕੇ। ਰੋਕਿਆ, ਉਹਨਾਂ ਨੇ ਪੜਤਾਲ ਕੀਤੀ, ਆ ਕੇ ਉਹਨੂੰ ਸਰੋਜਬਾਲਾ ਨੂੰ ਪੁੱਛਿਆ, ਦੂਜਾ ਉਹਨੂੰ ਕਹਿੰਦੇ ਇਹ ਗਲਤੀ ਨਾਲ ਜਾ ਰਿਹਾ, ਔਰ ਅਸੀਂ ਸਮਝਦੇ ਹਾਂ ਕਿ ਇਹ ਕਿਸ ਲੈਵਲ ਦੀ ਸਾਜ਼ਿਸ਼ ਹੈ, ਕਿਸ ਲੈਵਲ ਦੀ ਕੰਸਪੀਰੇਸੀ ਹੈ, ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਔਰ ਦੂਸਰੀ ਮੇਰੇ ਖਿਆਲ ਬ੍ਰੇਕ ਲੈ ਲਓ, ਥੋੜਾ ਸ਼ਾਰਟ ਰੱਖਿਆ ਕਰੀਏ। ਜੀ ਡਾਕਟਰ ਸਾਹਿਬ, ਇੱਥੇ ਲੈਣਾ ਬ੍ਰੇਕ। ਵਿਊਅਰਸ, ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।